श्री राग महला पहला। मन झूठै तन झूठ है, जेहवा झूठी होए। मुख झूठै झूठ बोल झूठ, मुख झूठै झूठ बोलना, क्यों कर सुचा होए। बिन अब शब्द न मांजिए, साचे ते सच होए। ਜੇ ਜੀਵ ਦਾ ਮਨ ਵਿਕਾਰਾਂ ਦੀ ਛੋਹ ਨਾਲ ਝੂਠਾ ਹੋ ਚੁੱਕਾ ਹੈ ਤਾਂ ਉਸ ਦੇ ਸਰੀਰ ਵਿੱਚ ਵੀ ਝੂਠ ਹੀ ਝੂਠ ਹੈ। ਸਾਰੇ ਗਿਆਨ ਇੰਦਰੇ ਵਿਕਾਰਾਂ ਵੱਲ ਹੀ ਦੌੜਦੇ ਹਨ। ਉਸ ਦੀ ਜੀਭ ਖਾਣ ਦੇ ਚਸਕਿਆਂ ਨਾਲ ਝੂਠੀ ਹੋਈ ਰਹਿੰਦੀ ਹੈ। ਝੂਠੇ ਮੂੰਹ ਨਾਲ ਬੋਲਣ ਦਾ ਹੀ ਸੁਭਾਅ ਬਣ ਜਾਂਦਾ ਹੈ। ਅਜਿਹਾ ਜੀਵ ਕਿਸੇ ਬਾਹਰਲੇ ਸੁੱਚ ਆਦਿਕ ਕਰਮ ਨਾਲ ਅੰਦਰੋਂ ਸੁੱਚਾ ਕਦੇ ਵੀ ਨਹੀਂ ਹੋ ਸਕਦਾ। ਗੁਰੂ ਦੇ ਸ਼ਬਦ ਜਲ ਤੋਂ ਬਿਨਾ ਮਨ ਮਾਂਜਿਆ ਨਹੀਂ ਜਾ ਸਕਦਾ ਤੇ ਇਹ ਸੱਚ ਸਿਮਰਨ ਸਦਾ ਥਿਰ ਪ੍ਰਭੂ ਤੋਂ ਹੀ ਮਿਲਦਾ ਹੈ। ਮੁੰਦੇ ਗੁਣਹੀਣੀ ਸੁਖ ਕੇ ਹੈ, ਫਿਰ ਰਲਿਆ ਰਸ ਮਾਨਸੀ, ਸਾਚ ਸ਼ਬਦ ਸੁਖ ਨੇ ਹੈ। ਮੁੰਦੇ ਗੁਣਹੀਣੀ ਸੁਖ ਕੇ ਹੈ, ਫਿਰ ਰਲਿਆ ਰਸ ਮਾਨਸੀ, ਸਾਚ ਸ਼ਬਦ ਸੁਖ ਨੇ ਹੈ। ਰਹਾਉ। ਇਹ ਭੋਲੀ ਜੀਵ ਇਸਤਰੀ ਏ ਜੋ ਆਪਣੇ ਅੰਦਰ ਆਤਮਕ ਸੁਖ ਦੇਣ ਵਾਲੇ ਗੁਣਾਂ ਤੋਂ ਸਖਣੀ ਹੈ। ਉਹ ਉਸ ਨੂੰ ਬਾਹਰੋਂ ਕਿਸੇ ਹੋਰ ਤਰੀਕੇ ਨਾਲ ਆਤਮਕ ਸੁਖ ਨਹੀਂ ਮਿਲ ਸਕਦਾ। ਆਤਮਕ ਸੁਖ ਉਸਨੂੰ ਹੈ ਜੋ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿੱਚ ਲੀਨ ਰਹਿੰਦੀ ਹੈ, ਜੋ ਪ੍ਰਭੂ ਦੇ ਸ਼ਬਦ ਵਿੱਚ ਜੁੜੀ ਹੋਈ ਹੈ, ਜੋ ਪ੍ਰਭੂ ਦੇ ਪਿਆਰ ਵਿੱਚ ਮਸਤ ਹੈ। ਪਤੀ ਪ੍ਰਭੂ ਦੇ ਮਿਲਾਪ ਦੇ ਸੁਖ ਉਹੀ ਜੀਵ ਇਸਤਰੀ ਆਨੰਦ ਨਾਲ ਮਾਣਦੀ ਹੈ। ਰਹਾਓ। ਫਿਰ ਪਰਦੇਸੀ ਜੇਥੀਐ, ਧਨ ਬਾਂਟੀ ਝੂਰੇ। ਜਿਉ ਜਲ ਥੋੜੈ ਮਛਲੀ, ਕਰਨ ਪਲਾਵ ਕਰੇ। ਫਿਰ ਭਾਵੈ ਸੁਖ ਪਾਈਐ, ਜਾਂ ਆਪੇ ਨਦਰ ਕਰੇ। ਜੇ ਪਤੀ ਪ੍ਰਭੂ ਜੀਵ ਇਸਤਰੀ ਦੇ ਹਿਰਦੇ ਦੇਸ਼ ਵਿੱਚ ਪ੍ਰਗਟ ਨਹੀਂ, ਉਸ ਦੇ ਹਿਰਦੇ ਨੂੰ ਛੱਡ ਕੇ ਹੋਰ ਹਿਰਦੇ ਦੇਸ਼ ਦਾ ਨਿਵਾਸੀ ਹੈ, ਤਾਂ ਪਤੀ ਤੋਂ ਵਿਛੜੀ ਹੋਈ ਉਹ ਜੀਵ ਇਸਤਰੀ ਝੂਰਦੀ ਰਹਿੰਦੀ ਹੈ। ਅੰਦਰੇ ਅੰਦਰ ਚਿੰਤਾ ਨਾਲ ਖਾਧੀ ਜਾਂਦੀ ਹੈ। ਜਿਵੇਂ ਥੋੜੇ ਪਾਣੀ ਵਿੱਚ ਮੱਛੀ ਤੜਫਦੀ ਹੈ, ਤਿਵੇਂ ਉਹ ਤਰਲੇ ਲੈਂਦੀ ਰਹਿੰਦੀ ਹੈ। ਆਤਮਕ ਸੁਖ ਤਦੋਂ ਹੀ ਮਿਲਦਾ ਹੈ ਜਦੋਂ ਪ੍ਰਭੂ ਪਤੀ ਨੂੰ ਜੀਵ ਇਸਤਰੀ ਚੰਗੇ ਲੱਗੇ, ਜਦੋਂ ਉਹ ਆਪ ਉਸ ਉੱਤੇ ਮਿਹਰ ਦੀ ਨਜ਼ਰ ਕਰੇ। ਫਿਰ ਸਾਲਾ ਹੀ ਆਪਣਾ ਸਖੀ ਸਹੇਲੀ ਨਾਲ, ਤਨ ਸੋਹੈ ਮਨ ਮੋਹਿਆ। ਰਤੀ ਰੰਗ ਨਿਹਾਲ, ਸ਼ਬਦ ਸਵਾਰੀ ਸੋਹਣੀ, ਫਿਰ ਰਾਵੇ ਗੁਣ ਨਾਲ। ਹੁਣ ਇੱਥੇ ਗੁਰੂ ਸਾਹਿਬ ਸਾਧ ਸੰਗਤ ਦੇ ਬਾਰੇ ਦੱਸ ਰਹੇ ਨੇ। ਸਾਧ ਸੰਗਤ ਵਿੱਚ ਜਾ ਕੇ ਸਾਨੂੰ ਨਾਮ ਜਪਣਾ ਚਾਹੀਦਾ ਹੈ। ਇਹ ਜੀਵ ਇਸਤਰੀ, ਤੂੰ ਸਖੀਆਂ ਸਹੇਲੀਆਂ ਨਾਲ ਮਿਲ ਕੇ, ਭਾਵ ਸਾਧ ਸੰਗਤ ਵਿੱਚ ਬੈਠ ਕੇ ਆਪਣੇ ਪਤੀ ਪ੍ਰਭੂ ਦੀ ਸਿਫਤ ਸਲਾਹ ਕਰ। ਜਿਹੜੀ ਜੀਵ ਇਸਤਰੀ ਸਿਫਤ ਸਲਾਹ ਕਰਦੀ ਹੈ, ਉਸ ਦੇ ਹਿਰਦੇ ਵਿੱਚ ਪ੍ਰਭੂ ਪ੍ਰਗਟ ਹੋ ਜਾਂਦਾ ਹੈ। ਉਸ ਦਾ ਮਨ ਪ੍ਰਭੂ ਦੇ ਪ੍ਰੇਮ ਵਿੱਚ ਮੋਹਿਆ ਜਾਂਦਾ ਹੈ। ਉਹ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੀ ਹੋਈ ਉਸ ਦਾ ਦਰਸ਼ਨ ਕਰਦੀ ਹੈ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਦਾ ਜੀਵਨ ਸੰਵਰ ਜਾਂਦਾ ਹੈ। ਗੁਣਾਂ ਨਾਲ ਉਹ ਸੋਹਣੀ ਬਣ ਜਾਂਦੀ ਹੈ ਤੇ ਪਤੀ ਪ੍ਰਭੂ ਉਸ ਨੂੰ ਪਿਆਰ ਕਰਦਾ ਹੈ। ਕਾਮਣ ਕਾਮ ਨ ਆਵਈ, ਖੋਟੀ ਅਵਗਣਿਆਰ। ਨਾ ਸੁਖ ਪਈਐ ਸਾਹੁਰੈ, ਝੂਠ ਚਲੀ ਵੇਕਾਰ। ਆਵਣ ਵੰਝਣ ਦਾਖੜੋ, ਛੋਡੀ ਕੰਤ ਵਿਸਾਰ। ਗੁਣ ਤੋਂ ਸਖਣੀ
ਹੋਣ ਕਰਕੇ ਜਿਹੜੀ ਜੀਵ ਇਸਤਰੀ ਅੰਦਰੋਂ ਖੋਟੀ ਹੈ ਤੇ ਔਗਣਾਂ ਨਾਲ ਭਰੀ ਹੋਈ ਹੈ, ਉਸ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ। ਨਾ ਇਸ ਲੋਕ ਵਿੱਚ ਨਾ ਪਰਲੋਕ ਵਿੱਚ ਕਿਤੇ ਵੀ ਉਸ ਨੂੰ ਆਤਮਿਕ ਸੁੱਖ ਨਹੀਂ ਮਿਲਦਾ। ਝੂਠ ਵਿੱਚ, ਵਿਕਾਰ ਵਿੱਚ ਉਹ ਸੜ ਜਾਂਦੀ ਹੈ। ਉਸ ਦਾ ਆਤਮਿਕ ਜੀਵਨ ਸੜ ਜਾਂਦਾ ਹੈ। ਉਸ ਦੇ ਵਾਸਤੇ ਜਨਮ ਮਰਨ ਦਾ ਔਖਾ ਗੇੜ ਬਣਿਆ ਰਹਿੰਦਾ ਹੈ, ਕਿਉਂਕਿ ਕੰਤ ਪ੍ਰਭੂ ਨੇ ਉਸ ਨੂੰ ਭੁਲਾ ਦਿੱਤਾ ਹੁੰਦਾ ਹੈ। ਫਿਰ ਕੀ ਨਾਰ ਸੁਹਾਵਣੀ, ਮੁੱਤੀ ਸੋ ਕਿਤ ਸਾਧ, ਫਿਰ ਕਹਿ ਕਾਮ ਨਾ ਆਵਈ, ਬੋਲੇ ਫਾਦਿਲ ਬਾਦ, ਦਰ ਘਰ ਢੋਈ ਢੋਈ ਨਾ ਲਹੈ, ਛੁੱਟੀ ਦੂਜੈ ਸਾਧ। ਪਰ ਉਹ ਪਤੀ ਪ੍ਰਭੂ ਦੀ ਸੋਹਣੀ ਨਾਰ ਸੀ, ਉਹ ਕਿਸ ਸਵਾਦ ਵਿੱਚ ਫਸਣ ਕਰਕੇ ਛੁੱਟਣ ਹੋ ਗਈ। ਉਹ ਕਿਉਂ ਵਿਅਰਥ ਫਿਜ਼ੂਲ ਬੋਲ ਬੋਲਦੀ ਹੈ, ਜੋ ਪਤੀ ਪ੍ਰਭੂ ਨਾਲ ਮਿਲਾਪ ਵਾਸਤੇ ਕੰਮ ਨਹੀਂ ਦੇ ਸਕਦਾ। ਉਹ ਜੀਵ ਇਸਤਰੀ ਪ੍ਰਭੂ ਨੂੰ ਭੁਲਾ ਕੇ ਮਾਇਆ ਦੇ ਸਵਾਦ ਵਿੱਚ ਫਸਣ ਕਰਕੇ ਛੁੱਟਣ ਹੋਈ ਹੈ। ਤਾਂ ਹੀ ਉਸ ਨੂੰ ਪ੍ਰਭੂ ਦੇ ਮਹਿਲ ਵਿੱਚ ਟਿਕਣ ਲਈ ਆਸਰਾ ਨਹੀਂ ਮਿਲਦਾ। ਮਾਇਆ ਦਾ ਮੋਹ ਉਸ ਨੂੰ ਭਟਕਣਾ ਵਿੱਚ ਪਾਈ ਰੱਖਦਾ ਹੈ। ਪੰਡਿਤ ਵਾਜੈ ਪੋਥੀਆਂ, ਨਾ ਬੂਝੈ ਵਿਚਾਰ, ਅਨ ਕੋ ਮਤੀ ਦੇ ਚਲੈ, ਮਾਇਆ ਕਾ ਵੇ ਪਾਪਾਰ, ਕਥਨੀ ਝੂਠੀ ਜਗ ਭਵੈ, ਰਹਿਣੀ ਸ਼ਬਦ ਸੋ ਸਾਰ। ਪੰਡਿਤ ਲੋਕ ਧਾਰਮਿਕ ਪੁਸਤਕਾਂ ਪੜ੍ਹਦੇ ਹਨ, ਪਰ ਅੰਦਰੋਂ ਗੁਣਹੀਨ ਹੋਣ ਕਰਕੇ ਉਹਨਾਂ ਪੁਸਤਕਾਂ ਦੀ ਵਿਚਾਰ ਨਹੀਂ ਸਮਝਦੇ। ਹੋਰਨਾਂ ਨੂੰ ਹੀ ਮਤਾਂ ਦੇ ਕੇ ਜਗਤ ਤੋਂ ਚਲੇ ਜਾਂਦੇ ਹਨ। ਉਹਨਾਂ ਦਾ ਇਹ ਸਾਰਾ ਉਦਮ ਮਾਇਆ ਕਮਾਉਣ ਲਈ ਵਪਾਰ ਹੀ ਬਣਿਆ ਰਹਿ ਜਾਂਦਾ ਹੈ। ਸਾਰਾ ਜਗਤ ਝੂਠੀ ਕਥਨੀ ਵਿੱਚ ਹੀ ਭਟਕਦਾ ਰਹਿੰਦਾ ਹੈ। ਭਾਵ ਆਮ ਤੌਰ ਤੇ ਜੀਵਾਂ ਦੇ ਅੰਦਰ ਝੂਠ ਫਰੇਬ ਹੈ ਤੇ ਬਾਹਰ ਗਿਆਨ ਦੀਆਂ ਗੱਲਾਂ ਹਨ। ਪ੍ਰਭੂ ਦੀ ਸਿਫਤ ਸਲਾਹ ਦਾ ਸ਼ਬਦ ਹਿਰਦੇ ਵਿੱਚ ਟਿਕਾਈ ਰੱਖਣਾ ਹੀ श्रेष्ठ रहनी है। केते पंडित जोत की, वेदा करह विचार, बाद विरोध सलाहने, बादे आवन जान, बिन गुर करम न छुटसी, कह सुन आख वखान। ਅਨੇਕਾਂ ਹੀ ਪੰਡਿਤ ਜੋਤਸ਼ੀ ਆਦਿਕ ਵੇਦਾਂ ਦੇ ਮੰਤਰਾਂ ਨੂੰ ਵਿਚਾਰਦੇ ਹਨ। ਆਪੋ ਵਿੱਚ ਮਤਭੇਦ ਹੋਣ ਕਰਕੇ ਚਰਚਾ ਕਰਦੇ ਹਨ ਤੇ ਵਿਦਵਤਾ ਦੇ ਕਾਰਨ ਵਾਹ ਅਖਵਾਉਂਦੇ ਹਨ, ਪਰ ਨਿਰੇ ਇਸ ਮਤਭੇਦ ਵਿੱਚ ਰਹਿ ਕੇ ਹੀ ਉਹਨਾਂ ਦਾ ਜਨਮ ਮਰਨ ਬਣਿਆ ਰਹਿੰਦਾ ਹੈ। ਜਨਮ ਮਰਨ ਦੇ ਗੇੜ ਵਿੱਚ ਉਹ ਪਏ ਰਹਿੰਦੇ ਨੇ। ਕੋਈ ਵੀ ਮਨੁੱਖ ਨਿਰਾ ਚੰਗਾ ਬਖਿਆਨ ਕਰਕੇ ਜਾਂ ਸੁਣ ਕੇ ਆਤਮਿਕ ਆਨੰਦ ਲਈ ਨਹੀਂ ਲੈ ਸਕਦਾ, ਆਤਮਿਕ ਆਨੰਦ ਨਹੀਂ ਲੈ ਸਕਦਾ ਤੇ ਜਨਮ ਮਰਨ ਦੇ ਗੇੜ ਵਿੱਚੋਂ ਖਲਾਸੀ ਹਾਸਲ ਨਹੀਂ ਕਰ ਸਕਦਾ। ਹਉਮੈ ਅਹੰਕਾਰ ਛੱਡ ਕੇ ਗੁਰੂ ਦੀ ਸ਼ਰਨ ਪੈਣ ਦੀ ਲੋੜ ਹੈ। ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਮਾਇਆ ਦੇ ਮੋਹ ਤੋਂ ਖਲਾਸੀ ਨਹੀਂ ਹੁੰਦੀ। ਸਭ ਗੁਣਵੰਤੀ ਆਖੀਐ, ਮੈਂ ਗੁਣ ਨਾਹੀ ਕੋਏ, ਹਰ ਵਰ ਨਾਰ ਸੁਹਾਵਣੀ, ਮੈਂ ਭਾਵੈ ਪ੍ਰਭ ਸੋਏ, ਨਾਨਕ ਸ਼ਬਦ ਮਿਲਾਵੜਾ, ਨਾ ਵਿਛੋੜਾ ਹੋਏ। ਜਿਹੜੀਆਂ ਜੀਵ ਇਸਤਰੀਆਂ ਪ੍ਰਭੂ ਪਤੀ ਨੂੰ ਪਿਆਰੀਆਂ ਲੱਗਦੀਆਂ ਹਨ, ਉਹੀ ਸਾਰੀਆਂ ਗੁਣਾਂ ਵਾਲੀਆਂ ਆਖੀਆਂ ਜਾਂਦੀਆਂ ਹਨ।
पर मेरे अंदर कोई ऐसा गुण नहीं है जिस दी बरकत नाल मैं प्रभु प्यार ਨੂੰ ਆਪਣੇ ਹਿਰਦੇ ਵਿੱਚ ਵਸਾ ਸਕਾਂ। ਜੇ ਉਹ ਹਰੀਪਤੀ ਪ੍ਰਭੂ ਮੈਨੂੰ ਪਿਆਰਾ ਲੱਗਣ ਲੱਗ ਪਏ ਤਾਂ ਮੈਂ ਵੀ ਉਸ ਦੀ ਸੋਹਣੀ ਨਾਰ ਬਣ ਜਾਵਾਂ। हे ਨਾਨਕ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਜਿਸ ਨੇ ਪ੍ਰਭੂ ਚਰਨਾਂ ਨਾਲ ਸੋਹਣਾ ਮਿਲਾਪ ਹਾਸਲ ਕਰ ਲਿਆ ਹੈ, ਉਸ ਦਾ ਉਸ ਤੋਂ ਫਿਰ ਵਿਛੋੜਾ ਨਹੀਂ ਹੁੰਦਾ। तेरी राग महल्ला पहला, जप तप संजम साधिय तीरथ की चैवास, पुन दान चंगियाइयां बिन साचे क्या तास, जेहा राधे देहा लुणे बिन गुण जन्म विनाश। जे किसे सिद्धि आदिक वास्ते ਮੰਤਰਾਂ ਦਾ ਪਾਠ ਕੀਤਾ ਜਾਏ, ਧੂਣੀਆਂ ਆਦਿਕ ਤਪਾ ਕੇ ਸਰੀਰ ਨੂੰ ਕਸ਼ਟ ਦਿੱਤਾ ਜਾਏ, ਇੰਦਰੀਆਂ ਨੂੰ ਵਸ ਵਿੱਚ ਕਰਨ ਦਾ ਕੋਈ ਸਾਧਨ ਕੀਤਾ ਜਾਏ, ਕਿਸੇ ਤੀਰਥ ਉੱਤੇ ਨਿਵਾਸ ਕੀਤਾ ਜਾਏ, ਜੇ ਖਲਕਤ ਦੇ ਭਲੇ ਵਾਸਤੇ ਦਾਨ ਪੁੰਨ ਆਦਿਕ ਚੰਗੇ ਕੰਮ ਕੀਤੇ ਜਾਣ, ਪਰ ਪਰਮਾਤਮਾ ਦਾ ਸਿਮਰਨ ਨਾ ਕੀਤਾ ਜਾਏ, ਤਾਂ ਪ੍ਰਭੂ ਸਿਮਰਨ ਤੋਂ ਬਿਨਾਂ ਉੱਪਰਲੇ ਸਾਰੇ ਹੀ ਉਦਮਾਂ ਦਾ ਕੋਈ ਲਾਭ ਨਹੀਂ। ਮਨੁੱਖ ਜਿਹਾ ਵੀ ਬੀਜਦਾ ਹੈ, ਉਹ ਜਿਹਾ ਫਲ ਵੰਡਦਾ ਹੈ। ਜੇ ਸਿਮਰਨ ਨਹੀਂ ਕੀਤਾ ਤਾਂ ਆਤਮਕ ਗੁਣ ਕਿੱਥੋਂ ਆ ਜਾਣ, ਤੇ ਆਤਮਕ ਗੁਣਾਂ ਤੋਂ ਬਿਨਾਂ ਜ਼ਿੰਦਗੀ ਵਿਅਰਥ ਹੈ। ਤੇ ਇੱਥੇ ਸੰਗਤ ਜੀ ਸਾਨੂੰ ਗੁਰੂ ਸਾਹਿਬ ਦੱਸ ਰਹੇ ਨੇ ਕਿ ਅਸੀਂ ਕਿੰਨੇ ਵੀ ਚੰਗੇ ਕੰਮ ਕਰ ਲਈਏ, ਪਰ ਜੇ ਨਾਮ ਨਹੀਂ ਜਪਾਂਗੇ ਤੇ ਅਸੀਂ ਬਚ ਨਹੀਂ ਸਕਦੇ, ਸਾਡੀ ਖਲਾਸੀ ਨਹੀਂ ਹੋ ਸਕਦੀ। ਮੁੰਦੇ ਗੁਣ ਦਾਸੀ ਸੁਖ ਹੋਏ, ਅਵਗਣ ਤਿਆਗ ਸਮਾਈਐ, ਗੁਰਮਤ ਪੂਰਾ ਸੋਏ ਰਹਾਉ। हे ਭੋਲੀ ਜੀਵ ਇਸਤਰੀ, ਆਤਮਕ ਗੁਣਾਂ ਤੋਂ ਬਿਨਾਂ ਆਤਮਕ ਸੁਖ ਨਹੀਂ ਹੋ ਸਕਦਾ, ਤੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਗੁਣ ਪੈਦਾ ਨਹੀਂ ਹੋ ਸਕਦੇ। ਗੁਣਾਂ ਦੀ ਖਾਤਰ ਪਰਮਾਤਮਾ ਦੇ ਗੁਣਾਂ ਦੀ ਦਾਸੀ ਬਣ, ਤਦੋਂ ਹੀ ਆਤਮਕ ਸੁਖ ਹੋਵੇਗਾ। ਔਗਣਾਂ ਨੂੰ ਛੱਡ ਕੇ ਹੀ ਪ੍ਰਭੂ ਚਰਨਾਂ ਵਿੱਚ ਲੀਨ ਹੋ ਸਕੀਦਾ ਹੈ। ਗੁਰੂ ਦੀ ਮੱਤ ਉੱਤੇ ਤੁਰਿਆ ਹੀ ਉਹ ਪੂਰਾ ਪ੍ਰਭੂ ਮਿਲਦਾ ਹੈ। ਰਹਾਉ। ਵਿਣ ਰਾਸੀ ਵਾਪਾਰੀਆ ਤੱਕੇ ਕੁੰਡਾ ਚਾਰ, ਮੂਲ ਨਾ ਬੁਝੈ ਆਪਣਾ ਵਸਤਰ ਹੀ ਕਰ ਬਾਰ, ਬਿਨ ਵਖਰ ਦੁੱਖ ਅਗਲਾ ਕੂੜ ਮੁਠੀ ਕੁੜਿਆਰ। ਬਿਨ ਰਾਸੀ ਵਾਪਾਰੀਆ, ਰਾਸੀ ਕਹਿੰਦੇ ਨੇ ਪੂੰਜੀ ਨੂੰ, ਜਿਹੜੇ ਪੈਸੇ ਲਗਾਉਂਦੇ ਆ ਨਾ ਬਿਜ਼ਨਸ ਵਿੱਚ। ਬਿਨ ਰਾਸੀ ਵਾਪਾਰੀਆ ਤੱਕੇ ਕੁੰਡਾ ਚਾਰ, ਜੇ ਬਿਜ਼ਨਸਮੈਨ ਕੋਲ ਪੈਸੇ ਨਾ ਹੋਣ ਨਾ, ਫਿਰ ਉਹ ਇੱਧਰ ਉੱਧਰ ਹੀ ਝਾਂਕਦਾ ਰਹਿੰਦਾ ਹੈ, ਉਹ ਆਪਣਾ ਕੰਮ ਨਹੀਂ ਕਰ ਸਕਦਾ। ਗੁਰੂ ਸਾਹਿਬ ਕਹਿੰਦੇ ਨੇ ਸਰਮਾਏ ਤੋਂ ਬਿਨਾਂ ਯਾਨੀ ਪੂੰਜੀ ਤੋਂ ਬਿਨਾਂ ਵਪਾਰੀ ਨਫੇ ਵਾਸਤੇ ਵਿਅਰਥ ਹੀ ਚੌਹੀ ਪਾਸੇ ਤੱਕਦਾ ਹੈ। ਜਿਹੜਾ ਮਨੁੱਖ ਆਪਣੀ ਜ਼ਿੰਦਗੀ ਦੇ ਮੂਲ ਪ੍ਰਭੂ ਨੂੰ ਨਹੀਂ ਸਮਝਦਾ, ਉਸ ਦਾ ਅਸਲ ਸਰਮਾਇਆ ਉਸ ਦੇ ਹਿਰਦੇ ਘਰ ਅੰਦਰ ਹੀ ਅਣਪਛਾਤਾ ਪਿਆ ਰਹਿੰਦਾ ਹੈ। ਸੋ ਜਿਸ ਤਰ੍ਹਾਂ ਬਿਜ਼ਨਸ ਕਰਨ ਵਾਸਤੇ ਪੈਸੇ ਮੂਲ ਨੇ, ਪੈਸੇ ਦੀ ਲੋੜ ਪੈਂਦੀ ਹੈ, ਉਸ ਤਰ੍ਹਾਂ ਹੀ ਸਾਡੇ ਅੰਦਰ ਜਿਹੜਾ ਪ੍ਰਭੂ ਪਿਤਾ ਪਰਮੇਸ਼ਰ ਬੈਠਾ ਹੋਇਆ ਹੈ, ਜੇ ਅਸੀਂ ਉਹਨੂੰ ਨਹੀਂ ਪਛਾਣਿਆ ਉਸ ਮੂਲ ਨੂੰ, ਤੇ ਸਾਡਾ ਵੀ ਜੀਵਨ ਵਿਅਰਥ ਚਲਾ ਜਾਂਦਾ ਹੈ। ਨਾਸਵੰਤ ਪਦਾਰਥਾਂ ਦੀ ਵਪਾਰਨ ਜੀਵ ਇਸਤਰੀ ਕੂੜ ਵਿੱਚ ਲੱਗ ਕੇ ਆਤਮਕ ਗੁਣਾਂ ਵੱਲੋਂ ਲੁੱਟੀ ਜਾ ਰਹੀ ਹੈ। ਨਾਮ ਵਖਰ ਤੋਂ ਵਾਂਝੇ ਰਹਿ ਕੇ ਉਸ ਨੂੰ ਬਹੁਤ ਆਤਮਕ ਕਲੇਸ਼ ਵਿਆਪਦਾ ਹੈ। ਲਾਹਾ ਅਹਨਸ ਨੌਤਨਾ ਪਰਖੇ ਰਤਨ ਵਿਚਾਰ, ਵਸਤ ਲਹੈ ਘਰ ਆਪਣੈ ਚੱਲੈ ਕਾਰਜ ਸਾਰ, ਵਣ ਜਾ ਰਿਆਂ ਸਿਉ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ।
ਜਿਹੜਾ ਮਨੁੱਖ ਸੋਚ ਸਮਝ ਕੇ ਨਾਮ ਰਤਨ ਨੂੰ ਪਰਖਦਾ ਹੈ, ਨਾਮ ਦੀ ਕੀਮਤ ਪਾਉਂਦਾ ਹੈ, ਉਸ ਨੂੰ ਦਿਨ ਰਾਤ ਆਤਮਕ ਗੁਣਾਂ ਦਾ ਨਿਤ ਨਵਾਂ ਨਫਾ ਪੈਂਦਾ ਹੈ। ਜਿਹੜਾ ਮਨੁੱਖ ਨਾਮ ਦੇ ਵਪਾਰੀ ਸਤ ਸੰਗੀਆਂ ਨਾਲ ਮਿਲ ਕੇ ਨਾਮ ਦਾ ਵਣਜ ਕਰਦਾ ਹੈ, ਸੋ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਸੋਚ ਮੰਡਲ ਵਿੱਚ ਲਿਆਉਂਦਾ ਹੈ, ਉਹ ਆਪਣੇ ਹਿਰਦੇ ਵਿੱਚ ਹੀ ਆਪਣਾ ਅਸਲ ਸਰਮਾਇਆ, ਆਪਣੇ ਅਸਲ ਪੂੰਜੀ ਲੱਭ ਲੈਂਦਾ ਹੈ ਤੇ ਆਪਣੀ ਜ਼ਿੰਦਗੀ ਦਾ ਮਨੋਰਥ ਸਿਰੇ ਚਾੜ ਕੇ ਇੱਥੋਂ ਜਾਂਦਾ ਹੈ। ਸੰਤਾਂ ਸੰਗਤ ਪਾਈਐ ਜੇ ਮੇਲੇ ਮੇਲਣਹਾਰ, ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤ ਅਪਾਰ, ਸੱਚੈ ਆਸਣ ਸੱਚ ਰਹੈ ਸੱਚੈ ਪ੍ਰੇਮ ਪਿਆਰ। परमात्मा आप ही आत्मक गुणों का खजाना लभा सकता है। जे उस खजाने नाल मिलाप कराण दे समर्थ प्रभु आप मिलाप करा देवे तां ओह खजाना संतां दी संगत विच रेहा लभ सकता है। ते जिस मनुख दे अंदर बेअंत प्रभु दी जोत एक वारी जग पए, ओह प्रभु चरणां विच मिलिया होया मुड़ विछड़दा नहीं, क्योंकि ਉਹ ਅਡੋਲ ਆਤਮਕ ਆਸਣ ਉੱਤੇ ਬੈਠ ਜਾਂਦਾ ਹੈ। ਉਹ ਸਦਾ ਥਿਰ ਪ੍ਰਭੂ ਵਿੱਚ ਲਿਵ ਲਾ ਲੈਂਦਾ ਹੈ। ਉਹ ਆਪਣਾ ਪ੍ਰੇਮ ਪਿਆਰ ਸਦਾ ਥਿਰ ਪ੍ਰਭੂ ਵਿੱਚ ਪਾ ਲੈਂਦਾ ਹੈ। ਜਿਨੀ ਆਪ ਪਛਾਣਿਆ ਘਰ ਮੈਂ ਮਹਿਲ ਸਥਾਏ, ਸੱਚੇ ਸੇ ਰਤਿਆ सच्चो पल्ले पाए, त्रिभवन सो प्रभ जानिए साचो साचै नाए। गुरु दी मत उत्ते तुर के जिन्हां ने अपने आप ਨੂੰ ਪਛਾਣ ਲਿਆ ਹੈ, ਉਹਨਾਂ ਨੂੰ ਆਪਣੇ ਹਿਰਦੇ ਰੂਪ ਸੋਹਣੇ ਥਾਂ ਵਿੱਚ ਹੀ ਪਰਮਾਤਮਾ ਦਾ ਨਿਵਾਸ ਥਾਂ ਲੱਭ ਪੈਂਦਾ ਹੈ। ਸਦਾ ਥਿਰ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗੇ ਰਹਿਣ ਦੇ ਕਾਰਨ ਉਹਨਾਂ ਨੂੰ ਉਹ ਸਦਾ ਕਾਇਮ ਰਹਿਣ ਵਾਲਾ ਮਿਲ ਪੈਂਦਾ ਹੈ। ਇਹ ਭੋਲੀ ਜੀਵ ਇਸਤਰੀ ਜੇ ਸੱਚੇ ਪ੍ਰਭੂ ਦੇ ਨਾਮ ਵਿੱਚ ਜੁੜੇ ਰਹੀਏ ਤਾਂ ਉਹ ਸਦਾ ਥਿਰ ਪ੍ਰਭੂ ਨੂੰ ਤਿੰਨਾਂ ਭਾਵਨਾ ਵਿੱਚ ਵਿਆਪਕ ਪਛਾਣ ਲਈਦਾ ਹੈ। ਸਾਤਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ, महली महल बुलाइए सो पिर रावे रंग, सच सुहागण सा भली फिर मोही गुण संग। गुरु की शरण पै के जिस जीव स्त्री ने पति प्रभु ਨੂੰ ਆਪਣੇ ਅੰਗ ਸੰਗ ਸਮਝ ਲਿਆ ਹੈ, ਉਹ ਜੀਵ ਇਸਤਰੀ ਸੱਚਮੁੱਚ ਸੋਹਣੇ ਜੀਵਨ ਵਾਲੀ ਹੋ ਜਾਂਦੀ ਹੈ। ਉਹ ਜੀਵ ਇਸਤਰੀ ਪ੍ਰਭੂ ਦੇ ਮਹਿਲ ਵਿੱਚ ਸੱਦੀ ਜਾਂਦੀ ਹੈ। ਉਹ ਪ੍ਰਭੂ ਪਤੀ ਪ੍ਰੇਮ ਰੰਗ ਵਿੱਚ ਆ ਕੇ ਉਸ ਨੂੰ ਪਿਆਰ ਕਰਦਾ ਹੈ। ਪਤੀ ਪ੍ਰਭੂ ਨੇ ਆਤਮਕ ਗੁਣਾਂ ਨਾਲ ਉਸ ਨੂੰ ਅਜਿਹਾ ਮੋਹ ਲਿਆ ਹੁੰਦਾ ਹੈ ਕਿ ਉਹ ਸਦਾ ਥਿਰ ਪ੍ਰਭੂ ਵਿੱਚ ਲੀਨ ਹੋ ਕੇ ਸੁਹਾਗ ਭਾਗ ਵਾਲੀ ਨੇਕ ਬਣ ਜਾਂਦੀ ਹੈ। ਭੂਲੀ ਭੂਲੀ ਥਲ ਚੜ ਡੂੰਗਰ ਜਾਓ, ਪਨ ਮੈਂ ਭੂਲੀ ਜੇ ਫਿਰਾਂ ਬਿਨ ਗੁਰ ਬੂਝ ਨਾ ਪਾਓ, ਨਾ ਉਹ ਭੂਲੀ ਜੇ ਫਿਰਾਂ ਫਿਰ ਆਵੋ ਜਾਓ। ਇੱਥੇ ਗੁਰੂ ਸਾਹਿਬ ਦੱਸਦੇ ਸੀ ਅਸੀਂ ਭੁੱਲੇ ਹੋਏ ਜੀਵ ਹਾਂ, ਜਿੱਥੇ ਮਰਜ਼ੀ ਰਹੀਏ, ਭਾਵੇਂ ਜੰਗਲਾਂ ਚਲੇ ਜਾਈਏ, ਪਹਾੜਾਂ ਤੇ ਚਲੇ ਜਾਈਏ, ਜਿੱਥੇ ਮਰਜ਼ੀ ਚਲੇ ਜਾਈਏ, ਜੇ ਉਹਨੂੰ ਭੁੱਲੇ ਰਵਾਂਗੇ ਨਾ ਫਿਰ ਸਾਡੇ ਹੱਥ ਕੁਝ ਵੀ ਨਹੀਂ ਆਣਾ। ਆਤਮਕ ਗੁਣਾਂ ਦੇ ਵਣਜ ਤੋਂ ਖੁੰਝ ਕੇ ਜੀਵਨ ਦੇ ਸਹੀ ਰਸਤੇ ਤੋਂ ਭੁੱਲ ਕੇ ਜੇ ਮੈਂ ਦੁਨੀਆ ਛੱਡ ਕੇ ਵੀ ਸਾਰੀ ਧਰਤੀ ਉੱਤੇ ਫਿਰਦੀ ਰਹਾ, ਧਰਤੀ ਉੱਤੇ ਭ੍ਰਮਣ ਕਰਕੇ ਫਿਰ ਜੇ ਮੈਂ ਪਹਾੜ ਉੱਤੇ ਵੀ ਜਾ ਚੜਾਂ
ਜੇ ਮੈਂ ਕਿਸੇ ਪਹਾੜ ਦੀ ਗੁਫਾ ਵਿੱਚ ਵੀ ਜਾ ਟਿਕਾਂ, ਸਹੀ ਰਸਤੇ ਤੋਂ ਖੁੰਝ ਕੇ ਜੇ ਮੈਂ ਜੰਗਲਾਂ ਵਿੱਚ ਭਟਕਦੀ ਰਹਾਂ, ਤਾਂ ਵੀ ਮੈਨੂੰ ਆਤਮਿਕ ਰਸਤੇ ਦੀ ਸਹੀ ਸਮਝ ਨਹੀਂ ਪੈ ਸਕਦੀ, ਕਿਉਂਕਿ ਗੁਰੂ ਤੋਂ ਬਿਨਾਂ ਇਸ ਰਸਤੇ ਦੀ ਸੂਝ ਨਹੀਂ ਪੈਂਦੀ। ਜੇ ਮੈਂ ਪਰਮਾਤਮਾ ਦੇ ਨਾਮ ਤੋਂ ਖੁੰਝੀ ਹੋਈ ਜੰਗਲਾਂ ਪਹਾੜਾਂ ਵਿੱਚ ਫਿਰਦੀ ਰਹਾਂ, ਤਾਂ ਮੈਂ ਮੁੜ-ਮੁੜ ਜਨਮ ਮਰਨ ਦਾ ਗੇੜ ਸਹੇੜ ਲਵਾਂਗੀ। ਸੋ ਗੁਰੂ ਸਾਹਿਬ ਕਹਿੰਦੇ ਨੇ ਕਿ ਆਣਾ ਜਾਣਾ ਪਏਗਾ ਬਾਰ-ਬਾਰ, ਜੇ ਅਸੀਂ ਪ੍ਰਭੂ ਪਿਤਾ ਪਰਮੇਸ਼ਰ ਦੇ ਨਾਮ ਤੋਂ ਵਾਂਝੇ ਰਵਾਂਗੇ। ਪੁੱਛੋ ਜਾਏ ਪਧਾਊਆ, ਚੱਲੇ ਚਾਕਰ ਹੋਏ, ਰਾਜਨ ਜਾਣੇ ਆਪਣਾ, ਦਰ ਘਰ ਠਾਕ ਨਾ ਹੋਏ। ਨਾਨਕ ਏਕੋ ਰਵ ਰਿਹਾ, ਦੂਜਾ ਅਵਰ ਨਾ ਕੋਏ। ਇਹ ਭੋਲੀ ਜੀਵ ਇਸਤਰੀ, ਜੇ ਜੀਵਨ ਦਾ ਸਹੀ ਰਸਤਾ ਲੱਭਣਾ ਹੈ ਤਾਂ ਜਾ ਕੇ ਉਹਨਾਂ ਆਤਮਕ ਰਾਹੀਆਂ ਨੂੰ ਪੁੱਛ, ਜਿਹੜੇ ਪ੍ਰਭੂ ਦਰ ਦੇ ਸੇਵਕ ਬਣ ਕੇ ਜੀਵਨ ਰਸਤੇ ਉੱਤੇ ਤੁਰ ਰਹੇ ਹਨ। ਉਹ ਇਸ ਇਸਤਰੀ ਦੇ ਉਹ ਇਸ ਵਾਹਿਗੁਰੂ ਉਹ ਇਸ ਸ੍ਰਿਸ਼ਟੀ ਦੇ ਮਾਲਕ ਪਾਤਸ਼ਾਹ ਨੂੰ ਆਪਣਾ ਸਮਝਦੇ ਹਨ। ਉਹਨਾਂ ਨੂੰ ਪ੍ਰਭੂ ਪਾਤਸ਼ਾਹ ਦੇ ਦਰ ਤੇ ਘਰ ਵਿੱਚ ਜਾਣੋ ਕੋਈ ਰੋਕ ਨਹੀਂ ਹੁੰਦੀ। ਹੇ ਨਾਨਕ, ਉਹਨਾਂ ਨੂੰ ਹਰ ਥਾਂ ਇੱਕ ਪਰਮਾਤਮਾ ਹੀ ਮੌਜੂਦ ਦਿਸਦਾ ਹੈ। ਕਿਤੇ ਵੀ ਉਹਨਾਂ ਨੂੰ ਉਸ ਤੋਂ ਬਿਨਾਂ ਕੋਈ ਹੋਰ ਨਹੀਂ ਦਿਸਦਾ। ਪੁੱਛੋ ਜਾਏ ਪਧਾਊਆ, ਚੱਲੇ ਚਾਕਰ ਹੋਏ, ਰਾਜਨ ਜਾਣੇ ਆਪਣਾ, ਦਰ ਘਰ ਠਾਕ ਨਾ ਹੋਏ। ਨਾਨਕ ਏਕੋ ਰਵ ਰਿਹਾ, ਦੂਜਾ ਅਵਰ ਨ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।